ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਦੀ ਕਲਾਸ ਵਿੱਚ ਜੁੜ ਬੈਠੇ ਗੁਰੂ ਸਤਸੰਗੀ ਜਨੋ ਵਡਭਾਗੇ ਹਾਂ। ਵਾਹਿਗੁਰੂ ਜੀ, ਅੱਜ ਅਸੀਂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਬ੍ਰਿਤਾਂਤ ਵਿੱਚੋਂ ਉਹਨਾਂ ਵੱਲੋਂ ਜਗਤ ਦੇ ਵਿੱਚ ਜੋ ਪ੍ਰਚਾਰ ਫੇਰੀਆਂ ਦੌਰਾਨ ਵੱਖ-ਵੱਖ ਸਥਾਨਾਂ ਤੇ ਜਾ ਕੇ ਸੰਗਤਾਂ ਨੂੰ ਨਿਹਾਲ ਕੀਤਾ, ਉਹਨਾਂ ਵਿੱਚੋਂ ਜੋ ਲੜੀਵਾਰ ਭਾਈ ਵੀਰ ਸਿੰਘ ਜੀ ਵੱਲੋਂ ਲਿਖਿਆ ਗਿਆ ਗ੍ਰੰਥ ਸ੍ਰੀ ਗੁਰੂ ਨਾਨਕ ਚਮਤਕਾਰ, ਉਹਦੇ ਵਿੱਚੋਂ ਅਸੀਂ ਸਾਖੀ ਸਰਵਣ ਕਰ ਰਹੇ ਤਾਂ ਸੱਜਣ ਠੱਗ ਦੀ। ਕੱਲ ਤੱਕ ਅਸੀਂ ਸਰਵਣ ਕੀਤਾ ਸੀ ਕਿ ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਧਰਮਸ਼ਾਲਾ ਦੇ ਵਿੱਚ ਬੈਠ ਕੇ ਤੇ ਇਲਾਹੀ ਸ਼ਬਦ ਦੀ ਧੁਨ ਜਿਹੜੀ ਹਨ ਉਹ ਭਾਈ ਮਰਦਾਨੇ ਤੋਂ ਛਡਾਉਂਦੇ ਹਨ। ਭਾਈ ਮਰਦਾਨਾ ਜੀ ਇੱਕ ਸਾਜ਼ ਜਿਹੜਾ ਹੈ ਉਹਨਾਂ ਦੇ ਕੋਲ, ਜਿਹਨੂੰ ਰਬਾਬ ਕਿਹਾ ਜਾਂਦਾ, ਉਹ ਵਜਾਉਂਦੇ ਹਨ। ਸੱਜਣ ਠੱਗ ਜਿਹੜਾ ਹੈ ਉਹ ਕੀ ਤੱਕਦਾ ਹੈ ਕਿ ਇੱਕ ਪੁਰਸ਼ ਜਿਹੜਾ ਹੈ ਆਪਣੇ ਨੌਕਰ ਦੇ ਨਾਲ ਸਾਡੇ ਇਸ ਧਰਮਸ਼ਾਲਾ ਦੇ ਵਿੱਚ ਠਹਿਰਿਆ ਹੈ ਤੇ ਅੱਜ ਮੈਂ ਇਹਨੂੰ ਲੁੱਟਣਾ ਹੈ। ਹੁਣ ਉਹ ਮਨ ਦੇ ਵਿੱਚ ਲੁੱਟ ਦਾ ਫੁਰਨਾ ਬਣਾਉਂਦਾ ਹੈ। ਇੱਧਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਦੇ ਉਦਾਹਰਨਹਾਰ ਸੱਜਣ ਠੱਗ ਨੂੰ ਉਤਾਰਨ ਵਾਸਤੇ, ਸੱਜਣ ਬਣਾਉਣ ਵਾਸਤੇ ਆਏ ਹਨ। ਤੇ ਮਨ ਵਿੱਚ ਜੋ ਹੈ ਉਹ ਸੱਜਣ ਸੋਚਦਾ ਹੈ, ਕੀ ਦੇਖਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਜਿਹੜਾ ਹੈ ਅਲਾਪ ਗਾ ਰਹੇ ਨੇ, ਉਸ ਦੀ ਧੁਨ ਵਿੱਚ ਮਗਨ ਹੋ ਕੇ ਇੱਕ ਸੁਪਨਾ ਦੇਖਦਾ ਹੈ। ਉਸ ਸੁਪਨੇ ਵਿੱਚ ਉਹਨੂੰ ਜਿਹੜੇ ਉਹਨੇ ਕਤਲ ਕੀਤੇ ਹੁੰਦੇ ਹਨ ਉਹਨਾਂ ਦੇ ਕੋਲੋਂ ਮਾਰ ਪੈਂਦੀ ਹੈ ਤੇ ਉਸ ਮਾਰ ਨੂੰ ਨਾ ਸਹਿੰਦਿਆਂ ਹੋਇਆਂ ਅਖੀਰ ਉਹਦੀ ਜਿਹੜੀ ਅੱਖ ਖੁੱਲਦੀ ਹੈ ਤੇ ਮਨ ਵਿੱਚ ਫਿਰ ਫੁਰਨਾ ਆਉਂਦਾ ਹੈ। ਹੁਣ ਅੱਜ ਅਸੀਂ ਇਸ ਤੋਂ ਅੱਗੇ ਚੱਲਾਂਗੇ ਕਿ ਕਿਸ ਤਰ੍ਹਾਂ ਮਨ ਦੇ ਅੰਦਰ, ਜੋ ਸੱਜਣ ਠੱਗ ਦੇ ਮਨ ਦੇ ਅੰਦਰ ਉਹ ਸੁਪਨਾ ਆਇਆ ਅੱਖ ਲੱਗਣ ਤੇ ਉਹ ਸੁਪਨੇ ਵਿੱਚ ਸੋਚਦਾ ਹੈ, ਉਹ ਅਸੀਂ ਉਸ ਤੋਂ ਅਗਲੇਰਾ ਜਿਹੜਾ ਇਤਿਹਾਸ ਹੈ ਸਰਵਣ ਕਰਨਾ ਹੈ। ਸਾਰੀ ਸੰਗਤ ਇੱਕ ਵਾਰੀ ਬੜੇ ਅਦਬ ਸਤਿਕਾਰ ਨਾਲ ਗੁਰਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਸੱਜਣ ਠੱਗ ਮਨ ਦੇ ਵਿੱਚ ਇਹ ਤੱਕਦਾ ਹੈ, ਸੋਚਾਂ ਸੋਚਦਾ ਹੈ ਤੇ ਸੁਪਨਾ ਅੱਖ ਖੁੱਲਦੀ ਹੈ, ਸੁਪਨੇ ਵਿੱਚੋਂ ਨਿਕਲਦਾ ਹੈ ਤੇ ਮਨ ਵਿੱਚ ਇਹ ਸੋਚਦਾ ਹੈ ਕਿ ਇਹ ਕੀ ਆਪਣੇ ਸਾਹਮਣੇ ਕੀ ਦੇਖਦਾ ਹੈ ਕਿ ਇੱਕ ਵਿਧਵਾ ਜਿਹੜੀ ਹੈ, ਜਿਹਦੇ ਸਰੀਰ ਉੱਤੇ ਬੁਢਾਪਾ ਹੈ, ਉਹ ਉਹਦੇ ਬੱਚੇ ਨੂੰ ਕਤਲ ਕੀਤਾ ਸੀ ਇਸਨੇ ਤੇ ਉਹ ਸਾਹਮਣੇ ਬੈਠ ਕੇ ਰੋ ਰਹੀ ਹੈ। ਹੁਣ ਇੱਥੇ ਮਨ ਵਿੱਚ ਸੋਚਾਂ ਸੋਚਦਾ ਹੈ ਕਿ ਸੱਜਣਾ, ਇਹ ਤੇਰੇ ਲਗਾਏ ਹੋਏ ਬੂਟੇ ਨੇ, ਉਹਨਾਂ ਬੂਟਿਆਂ ਦਾ ਇਹ ਬਾਗ ਬਣਿਆ ਜਿਹੜਾ ਤੂੰ ਸੁਪਨੇ ਵਿੱਚ ਦੇਖਿਆ। ਜਿਹੜੇ ਲੋਕ ਮਾਰੇ ਨੇ ਮਾਇਆ ਦੇ ਕਾਰਨ ਤੋਂ, ਉਹੀ ਲੋਕ ਜਿਹੜੇ ਨੇ ਸਾਹਮਣੇ ਨਜ਼ਰ ਆ ਰਹੇ ਨੇ। ਤੇ ਦੇਖਦਾ ਕੀ ਹੈ ਕਿ ਉਹ ਕਾਫੀ ਲੋਕ ਨੇ ਤੇ ਮਨ ਵਿੱਚ ਇਹੀ ਸੋਚਦਾ ਹੈ ਕਿ ਸੱਜਣਾ, ਇਹ ਤੇਰੇ ਹੀ ਲਗਾਏ ਹੋਏ ਬੂਟੇ ਨੇ, ਉਹਨਾਂ ਬੂਟਿਆਂ ਦਾ ਇਹ ਬਾਗ ਬਣਿਆ ਹੈ। ਜਿਹੜੀ ਤੂੰ ਤਬਾਹੀ ਕੀਤੀ ਹੈ, ਖੇਤ ਸਾਰੇ ਦਾ ਸਾਰਾ ਖੇਤ ਜਿਹੜਾ ਹੈ ਜਿਹਦੇ ਵਿੱਚ ਹੁਣ ਇਹ ਬੂਟੇ ਭਾਵ ਜਿਹੜੇ ਮੁਰਦੇ ਤੂੰ ਮਾਰੇ ਸਨ, ਜਿਹੜੇ ਸਾਹਮਣੇ ਨਜ਼ਰ ਆਉਂਦੇ ਨੇ, ਇਹ ਤੇਰੇ ਹੀ ਪੈਦਾ ਕੀਤੇ ਹੋਏ ਹਨ। ਭਾਵ ਇਹ ਫਸਲ ਜਿਹੜੀ ਉੱਗੀ ਹੈ ਨਾ, ਇਹ ਤੇਰੇ ਕਰਮਾਂ ਦੀ ਹੀ ਉੱਗੀ ਹੈ। ਤੂੰ ਮਾੜੇ ਕਰਮ ਕੀਤੇ ਤੇ ਉਹਨਾਂ ਕਰਮਾਂ ਦਾ ਇਹ ਤੈਨੂੰ ਫਲ ਮਿਲ ਰਿਹਾ ਹੈ।
ਹੁਣ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਸੱਜਣ ਬੈਠਾ ਹੈ, ਅੱਖ ਲੱਗੀ ਹੋਈ ਹੈ। ਉਸ ਸੱਜਣ ਦੇ ਉੱਤੇ ਜਦੋਂ ਉਹਨੂੰ ਸੁਪਨਾ ਆ ਰਿਹਾ ਸੀ, ਕੀ ਦੇਖਦਾ ਹੈ ਕਿ ਅਨੇਕਾਂ ਹੀ, ਇੱਕ ਨਹੀਂ ਅਨੇਕਾਂ ਹੀ ਜਿਹੜੇ ਦੁਖੀਏ ਨੇ ਉਹ ਇਸ ਸੱਜਣ ਦੇ ਉੱਤੇ ਟੁੱਟ ਪੈਂਦੇ ਨੇ। ਕੋਈ ਉਹਨੂੰ ਮਾਰਦਾ ਏ, ਕੋਈ ਉਹਨੂੰ ਚੱਕ ਵੱਢਦਾ ਏ, ਦੰਦੀ ਵੱਢਦਾ ਏ ਭਾਵ, ਕੋਈ ਉਹਨੂੰ ਘੁੱਟਦਾ ਏ, ਕੋਈ ਉਹਨੂੰ ਮਰੋੜਦਾ ਏ, ਕੋਈ ਡੰਡਿਆਂ ਦੇ ਨਾਲ, ਕੁਰੜੇ ਜਿਹਨੂੰ ਕਿਹਾ ਜਾਂਦਾ, ਉਹਨਾਂ ਦੇ ਨਾਲ ਜਿਹੜਾ ਵਾ ਉਹ ਮਾਰਦਾ ਏ, ਕੋਈ ਸੱਜਣ ਦਾ ਗਲ ਨੂੰ ਘੁੱਟਦਾ ਹੈ। ਤੇ ਫਿਰ ਆਖਦਾ ਸੱਜਣਾ, ਇਹ ਜੋ ਤੂੰ ਸੁਪਨੇ ਵਿੱਚ ਦੇਖਿਆ ਨਾ, ਇਹ ਤੇਰੀਆਂ ਕਰਨੀਆਂ ਨੇ, ਜਿਹੜੀਆਂ ਲੋਕਾਂ ਦੇ ਉੱਤੇ ਤੂੰ ਪਾਈਆਂ ਨਾ, ਇਹ ਹੁਣ ਤੇਰੇ ਇੰਝ ਹੀ ਸਾਹਮਣੇ ਆਉਣੀਆਂ ਨੇ, ਇਹ ਤੇਰੇ ਵੀ ਇੰਝ ਹੀ ਪੈਣੀਆਂ ਨੇ। ਉਦਾਹਰਨ ਕੀ ਹੈ ਕਿ ਬਦੀ ਕਰੋ ਪਰ ਨੂੰ, ਆ ਟੁਕੇ ਘਰ ਨੂੰ। ਫਿਰ ਧਿਆਨ ਦੇਣਾ, ਬਦੀ ਕਰੋ ਪਰ ਨੂੰ, ਆ ਟੁਕਿਆ ਘਰ ਨੂੰ, ਭਾਵ ਜੇ ਤੂੰ ਮਾੜੇ ਕਰਮ ਕਮਾਉਂਦਾ ਹੈ ਬਾਹਰ ਜਾ ਕੇ, ਤੇ ਉਹ ਸਾਰੇ ਮਾੜੇ ਕਰਮ ਜਿਹੜੇ ਨੇ ਉਹ ਫਿਰ ਘਰ ਵਿੱਚ ਆਣ ਕੇ ਪੈਂਦੇ ਨੇ। ਹੈ ਸੱਜਣਾ, ਤੂੰ ਤਾਂ ਇਹ ਕਦੇ ਸਮਝਿਆ ਹੀ ਨਹੀਂ ਕਿ ਜੋ ਮੈਂ ਕਮਾ ਰਿਹਾ, ਇਹ ਸਾਰੇ ਦਾ ਸਾਰਾ ਪਾਪ ਜਿਹੜਾ ਵਾ ਇਹ ਮੇਰੇ ਸਾਹਮਣੇ ਦਿਖਣਾ। ਇੰਨੇ ਚਿਰ ਨੂੰ ਸੁਪਨੇ ਵਿੱਚ ਸੁੱਤਾ ਹੋਇਆ ਸੱਜਣ ਜਿਹੜਾ ਤੜਫ ਕੇ ਬਾਹਰ ਉੱਠਦਾ ਹੈ। ਕੀ ਵੇਖਦਾ, ਇੱਕ ਦੀਵਾ ਜਗ ਰਿਹਾ ਹੈ, ਇੱਕ ਪਾਸੇ ਮਿੱਠੀ ਮਿੱਠੀ ਜਿਹੜੇ ਭਾਈ ਮਰਦਾਨਾ ਜੀ ਸਾਜ਼ ਵਜਾ ਰਹੇ ਨੇ, ਉਸ ਸਾਜ਼ ਦੀ ਧੁਨ ਆ ਰਹੀ ਹੈ, ਪਰ ਗਲੇ ਵਿੱਚ ਹੈ ਕੁਛ ਨਹੀਂ, ਕੇਵਲ ਉਸ ਆਵਾਜ਼ ਦਾ ਤੇ ਇੱਕ ਅਲਾਪ ਆ ਰਿਹਾ ਹੈ। ਤੇ ਫਿਰ ਆਖਦਾ, ਸ਼ੁਕਰ ਹੈ ਦਾਤਿਆ, ਇਹ ਇੱਕ ਸੁਪਨਾ ਸੀ, ਇਹ ਸੱਚ ਨਹੀਂ, ਤੇ ਸ਼ੁਕਰ ਹੈ ਇਹ ਛੇਤੀ ਮੁੱਕ ਗਿਆ, ਛੇਤੀ ਜਾਗ ਖੁੱਲ ਗਈ। ਹੁਣ ਮਨ ਵਿੱਚ ਇਹ ਸੋਚਦਾ ਸੱਜਣ, ਹਾਂ ਕਿ ਇਹ ਵਾਕਈ ਜਿਹੜਾ ਇਹ ਸਾਹਮਣੇ ਬੰਦਾ ਬੈਠਾ ਕੋਈ ਨੇਕ ਆਦਮੀ ਹੈ, ਸੱਚੀ ਮੁੱਚੀ ਕੋਈ ਚੰਗਾ ਮਨੁੱਖ ਹੈ। ਫਿਰ ਮਨ ਵਿੱਚ ਸੋਚਦਾ, ਨਹੀਂ, ਇਸ ਜਗਤ ਵਿੱਚ ਤਾਂ ਕੋਈ ਹੈ ਹੀ ਨਹੀਂ ਚੰਗਾ ਮਨੁੱਖ, ਸਭ ਮਾੜੇ ਨੇ। ਖੈਰ ਇਹ ਮੈਨੂੰ ਸੁਪਨਾ ਹੀ ਆਇਆ, ਕਿਉਂਕਿ ਇੱਕ ਪਾਸੇ ਸੁਪਨੇ ਵਿੱਚ ਜਾਗ ਖੁੱਲੀ ਹੈ, ਇਹ ਬੈਠਾ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਭਾਈ ਮਰਦਾਨਾ ਜੀ ਸਾਜ਼ ਵਜਾ ਰਹੇ ਨੇ, ਗੁਰੂ ਨਾਨਕ ਸਾਹਿਬ ਜੀ ਅੱਖਾਂ ਮੂੰਦ ਕੇ ਬੈਠੇ ਨੇ। ਉਸ ਸਾਜ਼ ਦੀ ਮਧੁਰ ਆਵਾਜ਼ ਦੇ ਵਿੱਚ ਸੱਜਣ ਜਿਹੜਾ ਸੀ, ਸੱਜਣ ਠੱਗ ਜਿਹਨੂੰ ਆਖਿਆ ਗਿਆ, ਇਹ ਸੱਜਣ ਉਸ ਆਵਾਜ਼ ਦੇ ਵਿੱਚ ਖਚਿਤ ਹੋ ਗਿਆ, ਭਾਵ ਖੁੱਭ ਗਿਆ, ਤੇ ਉਸ ਖੁੱਭੇ ਹੋਏ ਸਾਜ਼ ਦੀ ਧੁਨ ਵਿੱਚ ਇਹਦੀ ਅੱਖ ਲੱਗ ਗਈ ਸੀ, ਜਿਸ ਵਿੱਚ ਇਹਨੂੰ ਫਿਰ ਸੁਪਨਾ ਆਇਆ। ਇਹ ਗੁਰੂ ਨਾਨਕ ਸਾਹਿਬ ਜੀ ਦੀ ਕਰਾਮਾਤ ਸੀ, ਉਹ ਵਿਖਾ ਰਹੇ ਸਨ ਇਹਨੂੰ ਜ਼ਿੰਦਗੀ ਦੀ ਅਸਲੀਅਤ। ਜਦੋਂ ਅੱਖ ਖੁੱਲੀ ਹੈ ਤੇ ਹੁਣ ਸਾਹਮਣੇ ਫਿਰ ਉਹੀ ਦੋਨੋਂ ਪੁਰਸ਼ ਬੈਠੇ ਨੇ, ਗੁਰੂ ਨਾਨਕ ਸਾਹਿਬ ਜੀ ਦੀ, ਭਾਈ ਮਰਦਾਨਾ ਜੀ, ਉਹੀ ਸਾਜ਼ ਦੀ ਧੁਨ ਹੈ। ਤੇ ਕਦੇ ਸੋਚਦਾ ਇਹ ਨੇਕ ਮਨੁੱਖ ਹੈ, ਤੇ ਫਿਰ ਆਖਦਾ ਨਹੀਂ, ਇਸ ਜਗਤ ਦੇ ਵਿੱਚ ਨੇਕ ਮਨੁੱਖ ਕੋਈ ਨਹੀਂ ਹੈਗਾ, ਸਾਰੇ ਠੱਗ ਨੇ, ਕਿਉਂਕਿ ਠੱਗ ਨੂੰ ਠੱਗ ਹੀ ਦਿਖਦੇ ਨੇ ਸਾਰੇ। ਫਿਰ ਮਨ ਵਿੱਚ ਇਹ ਸੋਚਦਾ ਕਿ ਜੋ ਮੈਂ ਵੇਖਿਆ ਇਹ ਸੁਪਨਾ ਹੀ ਸੀ, ਜਿਹੜੇ ਮੇਰੇ ਮਾਰੇ ਹੋਏ ਲੋਕ ਨੇ, ਜੇ ਮਰੇ ਨਹੀਂ, ਕੀ ਇਹ ਜਿਉਂਦੇ ਨੇ, ਇਹ ਕੂਕਦੇ ਨੇ, ਭਾਵ ਚੀਕਾਂ ਮਾਰਦੇ ਨੇ, ਉਹ ਕਿੰਨੇ ਹਨ, ਮੈਂ ਇਕੱਲਾ ਹੀ ਹਾਂ। ਇਹ ਮਨ ਵਿੱਚ ਸੋਚੀ ਬੈਠਾ, ਤੇ ਫਿਰ ਆਖਦਾ, ਵਾਹ ਜੀਵੜਿਆ, ਭਾਵ ਆਪਣੀ ਜਿੰਦ ਨੂੰ ਆਵਾਜ਼ ਮਾਰ ਕੇ ਆਖਦਾ, ਵਾਹ ਓਏ ਸੱਜਣਾ, ਹੈ ਤੇ ਇੱਕ ਸੁਪਨਾ ਹੀ ਸੀ। ਪਰ ਨੌਕਰ ਚਾਕਰ ਫਿਰ ਇਹ ਸੋਚਦਾ ਬੈਠਾ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕਿ ਮੇਰੇ ਆਸੇ ਪਾਸੇ ਨੌਕਰ ਚਾਕਰ, ਮੇਰਾ ਪਰਿਵਾਰ, ਮੇਰਾ ਕੁਟੁੰਬ, ਜਿੰਨਾ ਵੀ ਭਾਵ ਰਿਸ਼ਤੇਦਾਰ, ਸਾਰੇ ਮੈਂ ਠੱਗੀ ਮਾਰਦਾ, ਮੈਂ ਇਕੱਲਾ ਕਤਲ ਕਰਦਾ, ਇਹ ਸਾਰੇ ਮੇਰੇ ਜਿਹੜੇ ਭਾਈਵਾਲ ਨੇ, ਇਹ ਸਾਰੇ ਦੇ ਸਾਰੇ ਇਸ ਠੱਗੀ ਦੇ ਮਾਲ ਵਿੱਚੋਂ ਹਿੱਸਾ ਲੈ ਕੇ ਜਾਂਦੇ ਨੇ, ਜਿਹੜੇ ਮੇਰੇ ਨੌਕਰ ਨੇ, ਮੇਰੇ ਜਿਹੜੇ ਚਾਕਰ ਨੇ। ਪਰ ਜਦੋਂ ਮੈਨੂੰ ਸੁਪਨਾ ਆਇਆ ਨਾ, ਉਸ ਸੁਪਨੇ ਵਿੱਚ ਜਦੋਂ ਮੈਨੂੰ ਮਾਰ ਪੈ ਰਹੀ ਸੀ,
जिन्हां नूं मैं कतल कीता उन्हां दे कोलों, ਉਹ ਮੈਨੂੰ ਜਿਹੜੇ ਮੈਂ ਕਤਲ ਕੀਤੇ ਨੇ ਉਹ ਕਤਲ ਕੀਤੇ ਹੋਏ ਤੇ ਸਾਰੇ ਨਜ਼ਰ ਆਏ ਨੇ। ਜਿੰਨਿਆਂ ਨੂੰ ਮੈਂ ਮਾਰਿਆ ਨਾ, ਉਹਨਾਂ ਦਾ ਧਨ ਖੋਇਆ, ਉਹ ਸਾਰੇ ਦੇ ਸਾਰੇ ਮੈਨੂੰ ਨਜ਼ਰ ਆਏ। ਮੈਂ ਇਹ ਵੀ ਦੇਖਿਆ ਕਿ ਸਾਰੇ ਦੇ ਸਾਰੇ ਮੈਨੂੰ ਕੁੱਟ ਰਹੇ ਨੇ, ਮਾਰ ਰਹੇ ਨੇ। ਪਰ ਜਦੋਂ ਮੈਂ ਇਹਨਾਂ ਨੂੰ ਕਤਲ ਕਰਕੇ ਧਨ ਇਕੱਠਾ ਕਰਦਾ ਸਾਂ, ਇਹ ਮਾਇਆ ਇਕੱਠੀ ਕਰਦਾ ਸਾਂ, ਉਹਦਾ ਹਿੱਸਾ ਵੰਡਾਉਣ ਵਾਸਤੇ ਇਹ ਸਾਰੇ ਦੇ ਸਾਰੇ ਮੇਰੇ ਕੋਲ ਆ ਕੇ ਢੁੱਕ ਜਾਂਦੇ ਸਨ, ਬੈਠ ਜਾਂਦੇ ਸਨ। ਤੇ ਹੁਣ ਜਦੋਂ ਮੈਨੂੰ ਮਾਰ ਪੈ ਰਹੀ ਸੀ, ਉਦੋਂ ਮੇਰੇ ਕੋਲ ਆਇਆ ਤੇ ਕੋਈ ਨਹੀਂ, ਨੇੜੇ ਕੋਈ ਨਹੀਂ ਢੁੱਕਾ। ਇਹ ਮਨ ਵਿੱਚ ਵਿਚਾਰ ਕਰ ਰਿਹਾ। ਇਹ ਸਭ ਕੁਝ ਜਿਹੜੇ ਨੇ ਇਹ ਸਾਰੇ ਦੇ ਸਾਰੇ ਮੈਥੋਂ ਦੂਰ ਹੋ ਗਏ। ਤੇ ਫਿਰ ਇੱਕਦਮ ਤਰਬਕ ਕੇ ਆਖਦਾ ਏ, ਹੋਏ ਮੂਰਖਾ, ਇਹ ਇੱਕ ਸੁਪਨਾ ਸੀ। ਅੱਜ ਰੋਟੀ ਜ਼ਿਆਦੀ ਖਾਧੀ ਗਈ ਹੋਊਗੀ, ਜਿਸ ਕਾਰਨ ਗੂੜੀ ਨੀਂਦ ਆਈ। ਤੇ ਗੂੜੀ ਨੀਂਦ ਦੇ ਵਿੱਚ ਇੱਕ ਭੈੜਾ ਸੁਪਨਾ ਆਇਆ। ਹੈ ਕੁਝ ਨਹੀਂ, ਕਿਉਂਕਿ ਜਗਤ ਵੀ ਇੱਕ ਸੁਪਨਾ ਹੈ। ਇਹ ਸੁਪਨਾ ਹਮੇਸ਼ਾ ਝੂਠ ਹੈ। ਭਲੇ ਪੁਰਸ਼ ਆਖਦੇ ਨੇ ਕਿ ਇਹ ਜਗਤ ਇੱਕ ਸੁਪਨਾ ਹੈ ਤੇ ਸੁਪਨਾ ਕਦੇ ਵੀ ਸੱਚ ਨਹੀਂ ਹੁੰਦਾ। ਭਾਵ ਜਗਤ ਵੀ ਇੱਕ ਸਿਰ ਰਹਿਣ ਵਾਲਾ ਨਹੀਂ, ਇਹ ਵੀ ਇੱਕ ਵਿੰਸਣ ਵਾਲਾ ਹੈ। ਮਨ ਵਿੱਚ ਇਹ ਵਿਚਾਰਾਂ ਕਰਦਾ ਕਰਦਾ, ਮਨ ਵਿੱਚ ਇਹ ਸੋਚਾਂ ਸੋਚਦਾ ਹੋਇਆ, ਇਸ ਸੁਪਨੇ ਦੀਆਂ ਗੱਲਾਂ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਵਸਾਉਂਦਾ ਹੋਇਆ ਫਿਰ ਅੱਗੇ ਤੁਰਿਆ। ਭਾਵ ਮਨ ਦੀ ਉਡਾਰੀ ਮਾਰੀਏ ਤੇ ਥੋੜਾ ਜਿਹਾ ਫਿਰ ਇਹਨੂੰ ਜਿਹੜਾ ਨੀਂਦ ਆਉਂਦੀ ਹੈ। ਫਿਰ ਆਖਦਾ ਏ ਮਨਾ ਕਿ ਇੰਨਾ ਮਿੱਠਾ ਸਾਜ਼ ਏ ਜਿਹਦੇ ਨਾਲ ਮੇਰਾ ਇਹ ਸਰੀਰ, ਮੈਂ ਕਦੇ ਸੁੱਤਾ ਨਹੀਂ ਸੀ। ਜਦੋਂ ਵੀ ਮੇਰੇ ਕੋਲ ਕੋਈ ਆਉਂਦਾ, ਮੈਂ ਹਮੇਸ਼ਾ ਜਾਗਦਾ ਸੀ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਠੱਗ ਲਵਾਂ, ਇਹਨੂੰ ਲੁੱਟ ਲਵਾਂ। ਮੇਰੀ ਕਦੇ ਵੀ ਅੱਖ ਨਹੀਂ ਲੱਗੀ। ਪਰ ਇਹ ਜਿਹੜਾ ਸਾਜ਼ ਵੱਜ ਰਿਹਾ, ਇਹ ਮਿੱਠੀ ਮਿੱਠੀ ਆਵਾਜ਼ ਆ ਰਹੀ ਏ, ਇਹ ਮੈਨੂੰ ਕਿਉਂ ਨਹੀਂ ਜਾਗਣ ਦਿੰਦੀ, ਕਿਉਂ ਮੈਨੂੰ ਸਵਾ ਰਹੀ ਹੈ, ਕਿਉਂ ਮੈਨੂੰ ਉਸ ਨੀਂਦ ਦੇ ਵਿੱਚ ਕਦੇ ਮੈਨੂੰ ਸੁਪਨਾ ਨਹੀਂ ਆਇਆ, ਕਿਉਂ ਉਸ ਨੀਂਦ ਦੇ ਵਿੱਚ ਮੈਨੂੰ ਸੁਪਨਾ ਆਇਆ ਹੈ। ਫਿਰ ਜਦੋਂ ਇਹ ਸੋਚਾਂ ਸੋਚਦਾ ਹੋਇਆ, ਕੁਝ ਸਮੇਂ ਬਾਅਦ ਜਦੋਂ ਅੱਖ ਲੱਗ ਕੇ ਫਿਰ ਖੁੱਲਦੀ ਹੈ ਤੇ ਉਸ ਸਮੇਂ ਫਿਰ ਕੰਨਾਂ ਵਿੱਚ ਉਹੀ ਮਿੱਠੀ ਮਿੱਠੀ ਆਵਾਜ਼ ਹੈ, ਅਲਾਪ ਹੋ ਰਿਹਾ ਹੈ, ਰਾਗ ਸੂਹੀ ਹੈ। ਤੇ ਫਿਰ ਮਨ ਵਿੱਚ ਸੋਚਦਾ ਹੈ, ਇਸ ਵੇਲੇ ਸੂਹੀ ਰਾਗ ਕੌਣ ਪੜ੍ਹਦਾ ਹੈ, ਇਸ ਵੇਲੇ ਸੂਹੀ ਰਾਗ ਨੂੰ ਕੌਣ ਛੇੜਦਾ ਹੈ। ਜਦੋਂ ਇਹ ਮਨ ਵਿੱਚ ਇਹ ਸੋਚਾਂ ਸੋਚਦਾ ਹੈ, ਇਹ ਸਾਰਾ ਕੁਝ ਕੀ ਵੇਖਦਾ ਹੈ ਕਿ ਮਨ ਦੇ ਅੰਦਰ ਬੜੀ ਨਿਮਰਤਾ ਆ ਰਹੀ ਹੈ। ਸਾਹਮਣੇ ਦੇਖਦਾ ਹੈ ਗੁਰੂ ਨਾਨਕ ਸਾਹਿਬ ਜੀ ਵੱਲ, ਕਹਿੰਦਾ ਇਹ ਭਲਾ ਪੁਰਸ਼, ਇਹਦੇ ਚਿਹਰੇ ਉੱਤੇ ਕਿੰਨਾ ਨੂਰ ਹੈ। ਸਾਜ਼ ਵਜਾਉਣ ਵਾਲਾ ਕਿੱਡੀ ਮਿੱਠੀ ਤੇ ਕਿੰਨੇ ਸੁਹਿਰਦਤਾ ਦੇ ਨਾਲ ਜਿਹੜਾ ਸਾਜ਼ ਵਜਾ ਰਿਹਾ ਹੈ। ਹੁਣ ਪਹਿਲਾਂ 2 ਵਾਰੀ ਨੀਂਦ ਆਈ ਸੀ, ਹੁਣ ਸਮਾਧੀ ਲੱਗ ਗਈ। ਗੁਰੂ ਨਾਨਕ ਸਾਹਿਬ ਜੀ ਵੀ ਸਮਾਧੀ ਲਾ ਕੇ ਬੈਠੇ ਨੇ। ਹੁਣ ਉਸ ਸਾਜ਼ ਦੇ ਵਿੱਚੋਂ ਇੱਕ ਅਲਾਪ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਭਲੇ ਪੁਰਸ਼ ਬੈਠੇ ਨੇ, ਉਹਨਾਂ ਦੇ ਗਲੇ ਵਿੱਚੋਂ ਇੱਕ ਨਾਦ ਉੱਠਿਆ। ਉਸ ਜਿਹੜਾ ਅਲਾਪ ਚੱਲ ਰਿਹਾ ਸੀ ਉਹਦੇ ਨਾਲ ਹੁਣ ਇੱਕ ਗਾਇਨ ਛਿੜਿਆ, ਜਿਹਨੂੰ ਅਸੀਂ ਸ਼ਬਦ ਕਹਿੰਦੇ ਹਾਂ। ਤੇ ਸੱਜਣ ਜਿਹੜਾ ਬੈਠਾ ਸੀ ਉਹਦੇ ਭਾਣੇ ਇੱਕ ਬੋਲ ਛਿੜਿਆ। ਹੁਣ ਸੱਜਣ ਲੱਗਾ ਸੁਣਨ ਤੇ ਧਿਆਨ ਵੀ ਹੁਣ ਸਾਰਾ ਸ਼ਬਦ ਵੱਲ ਹੈ। ਤੇ ਸ਼ਬਦ ਕਿਹੜਾ ਹੈ? ਭਾਈ ਵੀਰ ਸਿੰਘ ਜੀ ਲਿਖਦੇ ਨੇ, ਸੂਹੀ ਮਹੱਲਾ ਪਹਿਲਾ, ਘਰ ਛੇਵਾਂ, ਉਜਲ ਕਹਿਹਾਂ ਚਿਲਕਣਾ, ਘੋਟਿਮ ਕਾਲੜੀ ਮਸ, ਧੋਤਿਆਂ ਝੂਠ ਨ ਉਤਰੈ, ਜੇ ਸੋ ਧੋਵਾਂ ਤਿਸ। ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਰਹਾਉ। ਕੋਠੇ ਮੰਡਪ ਮਾੜੀਆਂ, ਪਾਸੋਂ ਚਿੱਤ ਵੀਆਂ, ਢੱਠੀਆਂ ਕੰਮ ਨ ਆਵਨੀ, ਵਿੱਚੋਂ ਸਖਣੀਆਂ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆ ਖਾਵਣੇ, ਬੱਗੇ ਨਾ ਕਹੀਅਨ। ਸਿਮਲ ਰੁਖ ਸਰੀਰ ਮੈਂ ਜਨ ਦੇਖ ਭੁਲਨ, ਸੇ ਫਲ ਕੰਮ ਨ ਆਵਨੀ, ਤੇ ਗੁਣ ਮੈਂ ਤਨ ਹਨ।
ਅੰਧਲੇ ਭਾਰ ਉਠਾਇਆ ਡੂਗਰ ਵਾਟ, ਬਹੁਤ ਅੱਖੀ ਲੋੜੀ ਨਾ ਲਹਾ, ਹਉ ਚੜ ਲੰਗਾ ਕਿਤ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੇ ਜਿਤ। ਹੁਣ ਇਹਦਾ ਭਾਵ ਅਰਥ, ਕਿਉਂਕਿ ਸ਼ਬਦ ਬਹੁਤ ਲੰਮੇਰਾ ਹੈ, ਜੋ ਇਹਦਾ ਰਹਾਉ ਵਾਲਾ ਪਦਾ ਹੈ ਨਾ, ਉਹਦੇ ਵਿੱਚ ਹੀ ਇਹਦਾ ਤੱਤ ਸਾਰ ਹੈ। ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ ਕਿ ਸੱਜਣਾ ਅਸਲ ਵਿੱਚ ਉਹੀ ਸੱਜਣ ਨੇ ਜਿਹੜਾ ਜਦੋਂ ਤੇਰੇ ਕੋਲੋਂ ਕੋਈ ਲੇਖਾ ਮੰਗੇ ਤੇ ਤੇਰੇ ਨਾਲ ਖੜੇ ਹੋਣ। ਕਿਉਂਕਿ ਸੁਪਨੇ ਵਿੱਚ ਤੱਕ ਲਿਆ ਸੱਜਣ ਨੇ ਕਿ ਜਦੋਂ ਮੈਂ ਕਮਾਈ ਕਰ ਰਿਹਾ ਸਾਂ, ਜਦੋਂ ਮੈਂ ਲੋਕਾਂ ਨੂੰ ਮਾਰ ਮਾਰ ਕੇ ਉਹਨਾਂ ਦਾ ਧਨ ਜਿਹੜਾ ਸੀ ਇਕੱਠਾ ਕਰ ਰਿਹਾ ਸਾਂ, ਉਹਨਾਂ ਨੂੰ ਲੈਣ ਵਾਲੇ ਜਿਹੜੇ ਸਨ ਉਹ ਮੇਰੇ ਰਿਸ਼ਤੇਦਾਰ, ਮੇਰਾ ਪਰਿਵਾਰ, ਮੇਰੇ ਨੌਕਰ ਚਾਕਰ ਸਭ ਇਕੱਠੇ ਹੋ ਕੇ ਆ ਜਾਂਦੇ ਸਨ ਹਿੱਸਾ ਬਣਾਉਣ ਵਾਸਤੇ। ਪਰ ਜਦੋਂ ਲੇਖੇ ਦੀ ਵਾਰੀ ਆਈ, ਭਾਵ ਜਦੋਂ ਕੁੱਟ ਖਾਣ ਦੀ ਵਾਰੀ ਆਈ, ਤੇ ਮੈਂ ਇਕੱਲਾ ਬੈਠਾ ਹੋਇਆ ਸਾਂ ਤੇ ਉਹ ਸਾਰੇ ਕੁੱਟਣ ਵਾਲੇ ਜਿਨ੍ਹਾਂ ਨੂੰ ਮੈਂ ਮੌਤ ਦੇ ਘਾਟ ਉਤਾਰਿਆ, ਸਾਰੇ ਮੇਰੇ ਉੱਤੇ ਟੁੱਟ ਆਣ ਪਏ ਤੇ ਮੈਂ ਇਕੱਲੇ ਨੇ ਕੁੱਟ ਖਾਧੀ। ਬਾਕੀ ਸਾਰੇ ਮੇਰੇ ਸਾਥੀ ਸੰਗੀ ਜਿਹੜੇ ਸਨ ਉਹ ਭੱਜ ਗਏ। ਗੁਰੂ ਨਾਨਕ ਸਾਹਿਬ ਜੀ ਇੱਥੇ ਹੁਣ ਸਮਝਾ ਰਹੇ ਨੇ ਕਿ ਸੱਜਣਾ ਅਸਲ ਵਿੱਚ ਇਹ ਸੱਜਣ ਨਹੀਂ ਜਿਹੜੀ ਤੇਰੀ ਮਾਇਆ ਦੀ ਖਾਤਰ ਤੇਰੇ ਨਾਲ ਨਿਭਣ ਵਾਲੇ ਨੇ। ਅਸਲ ਵਿੱਚ ਸੱਜਣ ਉਹ ਨੇ ਜਿਹੜੇ ਜਦੋਂ ਤੇਰਾ ਲੇਖਾ ਹੋਵੇ ਤੇ ਉਸ ਲੇਖੇ ਦੇ ਵਿੱਚ ਤੇਰੀ ਮਦਦ ਕਰਨ ਵਾਸਤੇ ਖਲੋਣ ਵਾਲੇ ਆਦਮੀ ਜਿਹੜੇ ਨੇ, ਅਸਲ ਵਿੱਚ ਉਹ ਸੱਜਣ ਨੇ। ਹੁਣ ਇੱਥੇ ਉਦਾਹਰਨਾਂ ਵੀ ਦਿੱਤੀਆਂ ਨੇ। ਹੁਣ ਭਾਂਡਾ ਬੜਾ ਗੰਦਾ ਏ ਤੇ ਜੇ ਉਹਨੂੰ ਉਹਦੇ ਉੱਤੇ ਕਾਲੀ ਮੱਸ ਚੜੀ ਹੋਵੇ, ਚਿਲਕਣਾ ਭਾਵ ਚੈਨ ਦੇ ਨਾਲ ਭਰਿਆ ਹੋਇਆ ਭਾਂਡਾ ਹੋਵੇ, ਉਹਨੂੰ ਜਿੰਨਾ ਮਰਜ਼ੀ ਧੋਏ ਜਾਓ ਉਹਦੇ ਵਿੱਚੋਂ ਕਿ ਚੈਨ ਨਹੀਂ ਮੁੱਕਦੀ। ਜਿਹੜੇ ਤੂੰ ਆਪਣੇ ਰਹਿਣ ਵਾਸਤੇ ਕੋਠੇ ਮੰਡਪ ਬਣਾਉਣਾ ਹੈ, ਜਦੋਂ ਇਹ ਢੱਠ ਜਾਣ ਤੇ ਕਿਸੇ ਕੰਮ ਨਹੀਂ ਆਉਂਦੇ। ਇਹ ਬਣੇ ਹੋਏ ਸੋਹਣੇ ਲੱਗਦੇ ਨੇ, ਸੋਹਣੇ ਕੱਪੜੇ ਪਾ ਲਵੇਂ ਤੇ ਬੱਗੇ ਦੀ ਤਰ੍ਹਾਂ ਭਾਵ ਬੰਗਲੇ ਦੀ ਤਰ੍ਹਾਂ ਖਾਵੇਂ ਡੱਡੀਆਂ ਮੱਛੀਆਂ ਭਾਵ ਪਰਾਇਆ ਧਨ ਇਕੱਠਾ ਕਰ ਕਰਕੇ ਲੋਕਾਂ ਦੇ ਗਲੇ ਘੁੱਟ ਘੁੱਟ ਕੇ ਭਾਵ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਉਹਨਾਂ ਦੇ ਧਨ ਨੂੰ ਖਾਵੇਂ। ਸਰੀਰ ਤੇਰਾ ਇੰਨਾ ਸੁੰਦਰ ਹੋਵੇ, ਸੋਹਣਾ ਹੋਵੇ, ਸਟੋਲ ਹੋਵੇ, ਤਗੜਾ ਹੋਵੇ, ਪਰ ਇਹ ਕੰਮ ਨਹੀਂ ਆਉਣਾ ਜੇ ਤੇਰੇ ਕੋਲ ਗੁਣ ਹੈ ਨਹੀਂ। ਸਿਰ ਉੱਤੇ ਤੂੰ ਸਾਰੇ ਟੱਬਰ ਦਾ ਭਾਰ ਚੁੱਕਿਆ, ਪਰ ਜਦੋਂ ਤੇਰੀ ਵਾਰੀ ਆਉਣੀ ਹੈ ਉਦੋਂ ਇਹਨਾਂ ਸਾਰਿਆਂ ਨੇ ਪਿਛਾਂਹ ਹਟ ਕੇ ਤੁਰ ਜਾਣਾ। ਤੇਰੇ ਕੋਲ ਨਾ ਤੇ ਸਿਆਣਪਾਂ ਨੇ, ਜਿਹੜੀਆਂ ਸਿਆਣਪਾਂ ਨੇ ਉਹ ਤੇਰੇ ਕਿਤੇ ਕੰਮ ਨਹੀਂ ਆਉਣੀਆਂ, ਤੇਰੇ ਨੌਕਰ ਚਾਕਰ ਜਿਹੜੇ ਕਿਤੇ ਕੰਮ ਨਹੀਂ ਆਉਣੇ। ਅਸਲ ਵਿੱਚ ਤੇਰੇ ਨਾਲ ਨਿਭਣ ਵਾਲਾ ਹੈ ਉਹ ਨਾਮ ਧਨ। ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੇ ਜਿੱਤ, ਜਿਹਦੇ ਨਾਲ ਤੇਰੇ ਬੰਧਨਾਂ ਤੋਂ ਖਲਾਸੀ ਹੋ ਸਕਦੀ ਹੈ, ਉਸ ਨਾਮ ਨੂੰ ਸੰਭਾਲ। ਇਸ ਸ਼ਬਦ ਦਾ ਭਾਵ ਅਰਥ ਹੈ ਤੇ ਗੁਰੂ ਨਾਨਕ ਸਾਹਿਬ ਜੀ ਸੱਜਣ ਨੂੰ ਇਹ ਸਮਝਾ ਰਹੇ ਨੇ। ਅਸਲ ਵਿੱਚ ਜਿਨ੍ਹਾਂ ਦੀ ਖਾਤਰ ਤੂੰ ਲੋਕਾਂ ਦੇ ਗਲੇ ਘੁੱਟ ਘੁੱਟ ਕੇ ਤੇ ਉਹ ਖਾ ਰਿਹਾ ਹੈ, ਉਹ ਕਿਸੇ ਕੰਮ ਨਹੀਂ ਆਉਣੇ। ਕੰਮ ਆਉਣਾ ਹੈ ਪ੍ਰਮਾਤਮਾ ਦਾ ਨਾਮ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਜਿਉਂ ਜਿਉਂ ਇਹ ਸ਼ਬਦ ਗਾਇਨ ਹੁੰਦਾ ਹੈ ਤਿਉਂ ਤਿਉਂ ਸੱਜਣ ਦੇ ਅੰਦਰ ਹੁਣ ਅਸਰ ਹੋ ਰਿਹਾ। ਕਿਉਂਕਿ ਮਨ ਦੇ ਅੰਦਰ ਠੱਗੀਆਂ ਬਹੁਤ ਕੀਤੀਆਂ। ਜਿਹੜਾ ਹੁਣ ਸੁਪਨਾ ਆਇਆ ਨਾ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਕਲਾ ਵਰਤਾਈ ਹੈ, ਉਸ ਕਲਾ ਦੇ ਸਦਕਾ ਹੁਣ ਸੱਜਣ ਦੇ ਮਨ ਉੱਤੇ ਅਸਰ ਹੋਣ ਲੱਗ ਪਿਆ। ਹੁਣ ਜਿਹੜੇ ਗਾ ਰਹੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ, ਉਹ ਆਪਣੇ ਇਹਨਾਂ ਨੈਣਾਂ ਨੂੰ ਖੋਲਦੇ ਨੇ। ਕੀ ਦੇਖਦੇ ਨੇ ਉਹਨਾਂ ਨੈਣਾਂ ਦੇ ਵਿੱਚੋਂ? ਜਿਹੜੀ ਨਜ਼ਰ ਹੈ, ਨਜ਼ਰ ਪੈ ਰਹੀ ਹੈ ਸਾਹਮਣੇ ਸੱਜਣ ਠੱਗ ਦੇ ਉੱਤੇ, ਉਹਦੇ ਵਿੱਚੋਂ ਨੀਰ ਡੁੱਲ ਡੁੱਲ ਪੈ ਰਿਹਾ। ਸੱਜਣ ਵੱਲ ਤੱਕਦੇ ਨੇ, ਅੱਖਾਂ ਮੀਟ ਲੈਂਦੇ ਨੇ ਗੁਰੂ ਨਾਨਕ ਸਾਹਿਬ ਜੀ। ਕਦੇ ਸੱਜਣ ਦੇ ਅੱਖਾਂ ਅੱਗੇ ਸੁਪਨਾ ਫਿਰਦਾ ਹੈ,
फिर कदे बंद नैणा विच गावनहार जी के दर्शन हुंदे हन, भाव गुरु नानक साहिब जी दे जिहड़े गा रहे ने उन्हां दे दर्शन हुंदे ते कदे नैन खोलदे ने ते सामने गुरु नानक साहिब जी नूं तकदे ने। कदे मन दे अंदर घुट-घुट जीआं खावणे सुणदे सार सज्जन दे दिल विच आरी फिरदी है। ये तां मेरी तस्वीर है, ये मेरे कर्मां दी तस्वीर है, ਜਿਹੜੇ ਮੇਰੇ ਸਾਹਮਣੇ ਧਰੀ ਜਾ ਰਹੀ ਹੈ, ਮੇਰੇ ਦਿਲ ਦੇ ਤੇ ਮੇਰੇ ਨੈਣਾਂ ਦੇ ਸਾਹਮਣੇ ਧਰੀ ਜਾ ਰਹੀ ਹੈ। ਪਹਿਲਾਂ ਮੈਂ ਆਪਣੇ ਸੁਪਨੇ ਵਿੱਚ ਕਰਨੀਆਂ ਦੇ ਉੱਗੇ ਕੰਡੇਲੇ ਬੰਨ ਵੇਖੇ ਨੇ, ਭਾਵ ਜੰਗਲ ਵੇਖਿਆ ਜਿਹਦੇ ਵਿੱਚ ਮੇਰੇ ਕੀਤੇ ਹੋਏ ਕਰਮਾਂ ਦਾ ਜੋ ਕੁਝ ਵੀ ਉਹ ਸਾਰੀ ਤਸਵੀਰ ਮੈਂ ਆਪਣੇ ਸਾਹਮਣੇ ਦੇਖੀ ਹੈ। ਅਜੇ ਸੁਪਨੇ ਤੋਂ ਖਹਿੜਾ ਨਹੀਂ ਛੁੱਟਾ ਤੇ ਪ੍ਰਤੱਖ ਮੇਰੇ ਕਰਮਾਂ ਦਾ ਪ੍ਰਤੱਖ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਉਹ ਭਲਾ ਪੁਰਸ਼ ਜਿਹੜਾ ਬੈਠਾ ਹੈ ਉਹਨੇ ਪੱਤਰੀ ਮੇਰੇ ਸਾਹਮਣੇ ਰੱਖ ਦਿੱਤੀ ਹੈ, ਧਰ ਦਿੱਤੀ ਹੈ। ਇਹ ਤੇ ਹੁਣ ਲੱਗਦਾ ਕਿ ਸੂਈਆ ਨਹੀਂ, ਕਿ ਨਾ ਹੀ ਇਹ ਕੋਈ ਕੰਗਾਲ ਹੈ, ਨਾ ਹੀ ਕੋਈ ਇਹ ਅਮੀਰ ਹੈ। ਫਿਰ ਕਹਿੰਦਾ ਹੈ ਕਿ ਇਹ ਕੋਈ ਉਹ ਤਾਂ ਨਹੀਂ ਜੋ ਮੈਂ ਸਹੀ ਕੀਤਾ ਸੀ ਕਿ ਜਗਤ ਵਿੱਚ ਕੋਈ ਨਹੀਂ। ਭਲਾ ਕੀ ਹੁਣੇ ਅਸੀਂ ਸਰਵਣ ਕੀਤਾ ਸੀ ਨਾ, ਸੋਚ ਰਹੇ ਸੀ ਸੱਜਣ ਠੱਗ ਸੋਚ ਰਿਹਾ ਸੀ ਕਿ ਇਸ ਜਗਤ ਦੇ ਵਿੱਚ ਭਲਾ ਪੁਰਸ਼ ਕੋਈ ਨਹੀਂ। ਹੁਣ ਇਹ ਆਖ ਰਿਹਾ ਕਿ ਮੈਂ ਇਹ ਤਾਂ ਨਹੀਂ ਜੋ ਮੈਂ ਸੋਚ ਰਿਹਾ ਸੀ ਕਿ ਭਲਾ ਪੁਰਸ਼ ਕੋਈ ਨਹੀਂ, ਜੋ ਮੈਂ ਕਹਿ ਦਿੱਤਾ ਇਸ ਜਗਤ ਵਿੱਚ ਕੋਈ ਹੈ ਹੀ ਨਹੀਂ। ਹੋ ਸਕਦਾ ਇਹ ਉਹੀ ਹੋਵੇ, ਭਲਾ ਪੁਰਸ਼ ਹੀ ਹੋਵੇ। ਫਿਰ ਦੋ ਪੰਛੀਆਂ ਦੇ ਨਾਮ ਭਾਈ ਵੀਰ ਸਿੰਘ ਲਿਖਦੇ ਨੇ ਤੇ ਆਖਦੇ ਨੇ ਕਿ ਸੱਜਣ ਆਖਦਾ ਹੈ ਕਿ ਹੁਮਾ ਤੇ ਉਨਕਾ, ਇਹ ਦੋ ਪੰਛੀ ਨੇ, ਕਹਿੰਦੇ ਹਨ ਕਿ ਹੈਨ। ਇਹ ਸੁਣਿਆ ਹੈ ਕਿ ਹੁਮਾ ਤੇ ਉਨਕਾ ਦੋ ਪੰਛੀ ਹਨ, ਪਰ ਕਿਸੇ ਨੇ ਅਜੇ ਤੱਕ ਤੱਕੇ ਨਹੀਂ। ਫਿਰ ਸੱਜਣ ਇਹ ਮਨ ਵਿੱਚ ਸੋਚਦਾ ਹੈ ਕਿ ਜਿਸ ਤਰ੍ਹਾਂ ਹੁਮਾ ਤੇ ਉਨਕਾ ਦੋ ਪੰਛੀ ਤੇ ਹਨ, ਕਿਸੇ ਨੇ ਵੇਖੇ ਨਹੀਂ, ਇਸੇ ਤਰ੍ਹਾਂ ਜੋ ਨਹੀਂ ਹਨ ਉਹ ਇਹ ਤਾਂ ਨਹੀਂ। ਭਾਵ ਪ੍ਰਮਾਤਮਾ ਕਿਸੇ ਨੇ ਤੱਕਿਆ ਨਹੀਂ, ਹੋ ਸਕਦਾ ਇਹ ਪ੍ਰਮਾਤਮਾ ਹੀ ਨਾ ਹੋਵੇ। ਕਦੇ ਕਿਸੇ ਨੇ ਡਿੱਠਾ ਨਹੀਂ, ਤੱਕਿਆ ਨਹੀਂ। ਕਈਆਂ ਨੇ ਪੁੰਨ ਕੀਤੇ, ਨੇਕੀਆਂ ਕੀਤੀਆਂ, ਪਰ ਦਿਸਿਆ ਨਹੀਂ। ਹੋ ਸਕਦਾ ਮੇਰੇ ਪਾਪਾਂ ਦੇ ਕਰਕੇ ਮੈਨੂੰ ਦੰਡ ਦੇਣ ਆ ਗਿਆ ਹੋਵੇ। ਭਾਵ ਪ੍ਰਮਾਤਮਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪ੍ਰਵਰਿਓ। ਗੁਰੂ ਨਾਨਕ ਸਾਹਿਬ ਜੀ ਪ੍ਰਮਾਤਮਾ ਦਾ ਰੂਪ, ਇਹ ਪੁਰਸ਼ ਜਿਹੜਾ ਹੈ ਇਹ ਪ੍ਰਮਾਤਮਾ ਹੀ ਤੇ ਨਹੀਂ, ਨੇਕੀਆਂ ਵਾਲਿਆਂ ਨੂੰ ਤਾਂ ਨਹੀਂ ਮਿਲਿਆ। ਹੋ ਸਕਦਾ ਮੇਰੀਆਂ ਠੱਗੀਆਂ ਦੇ ਕਾਰਨ ਮੈਨੂੰ ਸਜ਼ਾ ਦੇਣ ਵਾਸਤੇ ਹੀ ਆ ਗਿਆ ਹੋਵੇ। ਫਿਰ ਹਰਨਾਕਸ਼, ਰਾਵਣ, ਕੰਸ਼ ਆਦਿ ਜਿਹੜੇ ਰਾਕਸ਼ ਨੇ, ਫਿਰ ਇਹ ਸਾਰੇ ਜਿਹੜੇ ਨੇ ਨਾ ਸੱਜਣ ਠੱਗ ਦੇ ਅੱਗੇ ਇਹ ਆ ਜਾਂਦੇ ਨੇ ਤੇ ਆਖਦਾ ਹੈ ਕਿ ਹੋ ਸਕਦਾ ਹੈ ਜਿਸ ਤਰ੍ਹਾਂ ਉਹਨਾਂ ਨੂੰ ਮਾਰਨ ਵਾਸਤੇ ਪ੍ਰਮਾਤਮਾ ਨੇ ਆਪ ਇਸ ਧਰਤੀ ਦੇ ਉੱਤੇ ਆਣ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ, ਹੋ ਸਕਦਾ ਕਿ ਅੱਜ ਮੇਰੇ ਮਾੜੇ ਕਰਮਾਂ ਦਾ ਫਲ ਦੇਣ ਵਾਸਤੇ ਨਿਰੰਕਾਰ ਆਪ ਆ ਗਿਆ ਹੋਵੇ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਅੱਗੇ ਤੁਕਾਂ ਜਿਹੜੀਆਂ ਨੇ ਗਾਉਂਦੇ ਨੇ, ਤਿਵੇਂ ਤਿਵੇਂ ਉਹ ਨਕਸ਼ਾ ਜਿਹੜਾ ਜੀਵਨ ਦਾ ਹੈ, ਸੱਜਣ ਦੇ ਜੀਵਨ ਦਾ, ਉਹ ਸਾਹਮਣੇ ਆਈ ਜਾਂਦਾ ਹੈ। ਇਹ ਸਭ ਕੁਝ ਆਪਣੇ ਮਨ ਦੇ ਅੰਦਰ ਤੱਕਦਾ ਹੈ ਤੇ ਅਖੀਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੀਆਂ ਇਹ ਤੁਕਾਂ ਸੁਣੀ ਜਾਂਦਾ ਹੈ, ਮਨ ਠਰ ਜਾਂਦਾ ਹੈ, ਪਤੀਜ ਜਾਂਦਾ ਹੈ, ਰੱਜ ਜਾਂਦਾ ਹੈ। ਮਨ ਅੰਦਰ ਇਹ ਪੱਕਾ ਹੋ ਜਾਂਦਾ ਹੈ ਕਿ ਵਾਕਈ ਇਹ ਕੋਈ ਆਮ ਮਨੁੱਖ ਨਹੀਂ, ਨਿਰੰਕਾਰੀ ਮਨੁੱਖ ਹੈ। ਫਿਰ ਆਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਉੱਤੇ ਨਮਸਕਾਰ ਕਰਦਾ ਹੈ। ਜਦੋਂ ਨਮਸਕਾਰ ਕਰਦਾ ਹੈ ਫਿਰ ਸਤਿਗੁਰੂ ਜੀ ਪ੍ਰਮਾਣ ਕਰਦੇ ਹਨ, ਸੱਜਣਾ ਤੂੰ ਸਾਨੂੰ ਨਿਉ ਕੇ
ਫਜ਼ਲ ਕੀਤਾ ਹੈ, ਭਾਵ ਨਮਸਕਾਰ ਕੀਤੀ ਹੈ। ਤੇ ਨਮਸਕਾਰ ਤਾਂ ਹੁੰਦੀ ਹੈ ਜਦੋਂ ਦੋ ਗੱਲਾਂ ਕਰੀਏ, ਇੱਕ ਸੱਚ ਵਿੱਚ ਆ ਜਾਈਏ। ਸੱਚੋ ਸੱਚ ਕਹਿ ਦੇ ਜੋ ਤੂੰ ਖੂਨ ਖੋਹਾਂ ਤੇ ਧਰੋ ਕੀਤੇ। ਤਿੰਨ ਗੱਲਾਂ ਨੇ, ਇੱਕ ਖੂਨ ਕੀਤਾ, ਦੂਜਾ ਲੁੱਟਾਂ ਖੋਹਾਂ ਕੀਤੀਆਂ ਤੇ ਤੀਜਾ ਧਰੂ ਕਿਸੇ ਨਾਲ ਧਰੂ ਕਮਾਇਆ, ਪਾਪ ਕੀਤਾ। ਤੇ ਦੂਜਾ ਫਜ਼ਲ ਹੁੰਦਾ ਹੈ ਨਾ ਹੱਕ ਦੀ ਕਮਾਈ ਨਾਲ ਨਿਉ ਤੋੜਿਆ। ਵੇਸ ਸਮਝ ਉਸਨੂੰ ਖਾਣਾ ਤੇ ਵਾਰਤਣਾ ਜੋ ਕੁਛ ਕੇ ਆਪਾਂ ਨਾਲ ਇਕੱਠਾ ਕੀਤਾ, ਭਾਵ ਜਿਹੜਾ ਪਾਪ ਕਮਾ ਕੇ ਇਕੱਠਾ ਕੀਤਾ, ਇਹਨੂੰ ਛੱਡ ਦੇਣਾ ਅਸਲ ਵਿੱਚ ਇਹ ਫਜ਼ਲ ਦੇ ਰਸਤੇ ਦੀ ਰੂਪ ਹੈ। ਹੁਣ ਅੱਗੇ ਸੱਜਣ ਬੋਲਦਾ ਹੈ, ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਕਿ ਅਸਲ ਵਿੱਚ ਫਜ਼ਲ ਇਹ ਹੈ, ਰੱਬ ਦੀ ਬੰਦਗੀ ਇਹ ਹੈ ਕਿ ਜਿਸ ਕਮਾਈ ਨੂੰ ਕਰ ਰਿਹਾ, ਉਸ ਕਮਾਈ ਦੇ ਨਾਲੋਂ ਆਪਣਾ ਨਿਉ ਤੋੜ ਦੇ। ਹੁਣ ਸੱਜਣ ਆਖਦਾ ਇਹ ਕੋਈ ਉਹ ਦਾਤੇ, ਅਜੇ ਪਤਾ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਹੈ, ਤੇ ਆਖਦਾ ਹੈ ਕੋਈ ਉਹ ਦਾਤੇ ਜੋ ਅਜੇ ਹੀ ਦਿਸੇ ਹੋ, ਮੈਂ ਗੁਨਾਹੀ ਹਾਂ, ਖੂਨ ਕੀਤੇ ਹਨ, ਖੋਇਆ ਹੈ, ਠੱਗਿਆ ਹੈ, ਵਿਸਾਹਾ ਘਾਤ ਕੀਤੇ ਹਨ। ਕੋਈ ਮਾੜੀ ਗੱਲ ਨਹੀਂ ਜੋ ਕੀਤੀ ਨਹੀਂ ਮੈਂ, ਤੇਰੇ ਦਰ ਸਭ ਦੱਸਦਾ ਹਾਂ, ਅੱਖੀਂ ਚਲੋ ਦਿਖਾਉਂਦਾ ਹਾਂ, ਪਰ ਫਜ਼ਲਾਂ ਵਾਲਿਆ ਤੂੰ ਮਿਹਰਬਾਨ ਹੋ ਤੇ ਮੈਨੂੰ ਬਖਸ਼। ਪਾਪ ਦੀ ਕਮਾਈ ਲੁਟਾ ਦਿਓ ਆਪਣੇ ਹੱਥੀਂ, ਪਰ ਹਾਏ ਤੁਹਾਡੇ ਸੁੱਚੇ ਹੱਥ ਲੁਟਾਉਣ ਲਈ ਵੀ ਨਾ ਛੋਣ ਮੇਰੀ ਪਾਪ ਦੀ ਇਕੱਠੀ ਕੀਤੀ ਹੋਈ ਕਮਾਈ। ਕਿੰਨਾ ਮਨ ਭਤੀਜ ਗਿਆ ਹੁਣ ਸੱਜਣ ਦਾ, ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਆਖ ਰਹੇ ਨੇ, ਹੱਕ ਦੀ ਗੱਲ ਸਮਝਾ ਰਹੇ ਨੇ, ਪਾਪ ਤੇ ਹੱਕ ਦੀ ਗੱਲ ਸਮਝਾ ਰਹੇ ਨੇ, ਸ਼ਬਦ ਗਾਵਿਆ ਗਿਆ, ਕਿੰਨਾ ਮਨ ਪਿਘਲ ਗਿਆ। ਤੇ ਹੁਣ ਆਖਦੇ ਨੇ ਪਾਤਸ਼ਾਹ ਇਹ ਜਿੰਨਾ ਧਨ ਮੈਂ ਇਕੱਠਾ ਕੀਤਾ ਇਹਨੂੰ ਲੁਟਾ ਦਿਓ। ਤੇ ਫਿਰ ਆਖਦੇ ਨੇ ਪਾਤਸ਼ਾਹ ਇਹ ਪਾਪ ਦੀ ਕਮਾਈ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਇਹ ਸੋਹਣੇ ਹੱਥ ਜਿਹੜੇ ਨੇ ਇਸ ਪਾਪ ਦੀ ਕਮਾਈ ਨੂੰ ਲੱਗਣ, ਮੈਂ ਨਹੀਂ ਚਾਹੁੰਦਾ ਤੁਸੀਂ ਲੁਟਾਓ। ਕਿੰਨਾ ਮਨ ਜਿਹੜਾ ਉਹ ਪਿਘਲ ਗਿਆ। ਫਿਰ ਆਖਦਾ ਹੈ ਕਿ ਜਿਸ ਪਾਪੀ ਨੇ ਇਹ ਧਨ ਇਕੱਠਾ ਕੀਤਾ ਹੁਣ ਇਹੀ ਇਹਨੂੰ ਲੁਟਾਏਗਾ। ਜੋ ਇਹ ਕਮਾਈ ਲਹੂ ਦੀ ਭਰੀ ਹੈ, ਜੋ ਵੀ ਮੇਰੇ ਮਨ ਦੇ ਵਿੱਚ ਮੈਨੂੰ ਚੇਤੇ ਹਨ, ਜਿਨ੍ਹਾਂ ਦੇ ਮੈਨੂੰ ਥਹੁ ਪਤਾ ਹੈ, ਉਹਨਾਂ ਤੱਕ ਇਹ ਧਨ ਜਿਹੜਾ ਮੈਂ ਪਹੁੰਚਾ ਦਿਆਂਗਾ। ਉਹਨਾਂ ਦਾ ਖੋਇਆ ਹੋਇਆ ਉਹਨਾਂ ਦੇ ਘਰ ਹੀ ਪਹੁੰਚਾ ਦੇਵਾਂਗਾ। ਕਿਵੇਂ ਨਾ ਕਿਵੇਂ ਦਾਤਾ ਤੂੰ ਕਿਵੇਂ ਕਹੋ ਬਖਸ਼ਿਆ, ਭਾਵ ਤੂੰ ਇੱਕ ਵਾਰੀ ਕਹਿ ਦੇ ਮੈਂ ਤੈਨੂੰ ਬਖਸ਼ਿਆ, ਇਹ ਸਾਰੇ ਦਾ ਸਾਰਾ ਧਨ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾ ਦੇਵਾਂਗਾ। ਤਦ ਗੁਰੂ ਬਾਬਾ ਭਾਵ ਗੁਰੂ ਨਾਨਕ ਸਾਹਿਬ ਜੀ ਫਜ਼ਲ ਦੇ ਘਰ ਆਇਆ, ਭਾਵ ਰਹਿਮਤ ਬਰਸਾਈ, ਮਿਹਰਬਾਨ ਹੋਇਆ ਤੇ ਆਖਿਆ ਸੱਜਣਾ ਤੇਰੇ ਪਾਪ ਮਾਫ ਕੀਤੇ, ਪਰ ਤੂੰ ਹੁਣ ਨਾਮ ਜਪ, ਇਸ ਘਰ ਨੂੰ ਢਾਹ ਕੇ ਇਹਨੂੰ ਦੂਰ ਕਰ ਦੇ, ਤੇ ਹੁਣ ਇੱਕ ਧਰਮਸ਼ਾਲਾ ਬਣਾ, ਉਸ ਵਿੱਚ ਬੈਠ, ਨਾਮ ਜਪ ਤੇ ਹੋਰਨਾਂ ਨੂੰ ਜਪਾ। ਆਏ ਜੀ ਦੀ ਜਿਹੜਾ ਵੀ ਤੇਰੇ ਦਰ ਤੇ ਆਵੇ ਉਹਦੀ ਸੇਵਾ ਕਰ, ਅੰਨ ਦੀ, ਬਸਤਰ ਦੀ, ਧਨ ਦੀ, ਨਾਮ ਦੀ, ਕਮਾਈ ਦੀ, ਸਭ ਜੋ ਵੀ ਤੇਰੇ ਕੋਲੋਂ ਹੈ ਹੁਣ ਉਹਦੇ ਨਾਲ ਉਸ ਆਏ ਗਏ ਦੀ ਸੇਵਾ ਕਰਨੀ। ਹੁਣ ਸੱਜਣ ਆਖਦਾ ਹੈ ਇਹ ਦਾਤਿਆ ਮਿਹਰ ਕਰ, ਜੋ ਤੂੰ ਕਰਾਏਗਾ ਉਹੀ ਹੋਏਗਾ।
ਹੁਣ ਵੇਖੋ ਇਹ ਨਹੀਂ ਆਖਿਆ ਕਿ ਦਾਤਾ ਮੈਂ ਕਰਾਂਗਾ, ਨਹੀਂ, ਆਖਿਆ ਗੁਰੂ ਨਾਨਕ ਸਾਹਿਬ ਜੀ ਹੁਣ ਤੁਸੀਂ ਜੋ ਕਰਵਾਓਗੇ ਮੈਂ ਉਹੀ ਕਰਾਂਗਾ। ਹੁਣ ਇਹਨੇ ਚਿਰ ਨੂੰ ਇਹ ਕੁਝ ਕਹਿ ਕੇ ਤੇ ਸੱਜਣ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਚੰਬੜ ਗਿਆ। ਹੁਣ ਵੇਲਾ ਆ ਗਿਆ ਸੀ ਸੱਜਣ ਦੇ ਦੂਤਾਂ ਦਾ, ਉੱਥੇ ਆ ਕੇ ਗੁਰੂ ਬਾਬੇ ਨੂੰ ਬੰਨ ਖੜਨ ਦਾ। ਆ ਗਏ ਸਾਰੇ ਤਾਂ ਕੀ ਦੇਖਦੇ ਹਨ ਕਿ ਸੱਜਣ ਤਾਂ ਚਰਨਾਂ ਨੂੰ ਚੰਬੜਿਆ ਪਿਆ ਹੈ। ਇਹ ਸਾਖੀ ਚੱਲ ਰਹੀ ਹੈ। ਫਿਰ ਮੈਂ ਆਪ ਜੀ ਨੂੰ, ਕਿਉਂਕਿ ਕਈ ਵਾਰ ਸਾਨੂੰ ਚੇਤਾ ਭੁੱਲ ਜਾਂਦਾ ਹੈ, ਗੁਰੂ ਨਾਨਕ ਸਾਹਿਬ ਜੀ ਸੱਜਣ ਦੇ ਸਰਾਂ ਵਿੱਚ ਬੈਠੇ ਨੇ। ਸੱਜਣ ਉਡੀਕ ਕਰਦੇ ਕਦੋਂ ਇਹ ਸੌਣ ਤੇ ਮੈਂ ਇਹਨਾਂ ਨੂੰ ਲੁੱਟਾਂ। ਪਰ ਉਸੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਾਜ਼ ਭਾਈ ਮਰਦਾਨੇ ਨੂੰ ਕਹਿੰਦੇ ਨੇ, ਰਬਾਬ ਵਜਾ ਸਾਜ਼ ਸੇੜ। ਅਲਾਪ ਹੁੰਦਾ ਹੈ, ਸੱਜਣ ਆਣ ਕੇ ਹੌਲੀ ਹੌਲੀ ਨੇੜੇ ਢੁੱਕ ਜਾਂਦਾ ਹੈ। ਔਰ ਸੱਜਣ ਦੇ ਕਾਫੀ ਕਾਰੀਕਰਤਾ ਨੇ, ਜਿਹੜੇ ਇਹਦੇ ਨੌਕਰ ਚਾਕਰ ਨੇ, ਜਿਹੜੇ ਇਹਦੇ ਨਾਲ ਲੁੱਟ ਨੂੰ ਵਾਰਦਾਤ ਦਿੰਦੇ ਨੇ, ਉਹ ਵੀ ਤਿਆਰ ਨੇ ਕਿ ਹੁਣ ਸੱਜਣ ਇਹਨਾਂ ਤੇ ਜਾਲ ਪਾਏਗਾ ਤੇ ਅਸੀਂ ਇਹਨਾਂ ਨੂੰ ਲੁੱਟ ਲਵਾਂਗੇ। ਪਰ ਕੀ ਦੇਖਦੇ ਨੇ ਵੀ ਜਿਹੜਾ ਸੱਜਣ ਹੈ ਉਹ ਆਪ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਗਿਆ। ਜਦੋਂ ਹੁਣ ਇਹ ਸਾਰੀ ਸਾਖੀ ਅਸੀਂ ਜੋ ਸਰਵਣ ਕੀਤੀ, ਉਸ ਤੋਂ ਬਾਅਦ ਅਖੀਰ ਵਿੱਚ ਇਹਦੇ ਜਿਹੜੇ ਨਾਲ ਇਹਨਾਂ ਦੇ ਇਹਦੇ ਨੌਕਰ ਚਾਕਰ ਨੇ, ਜਿਹੜੇ ਇਹਨਾਂ ਨੂੰ ਲੁੱਟਣ ਵਾਲੇ ਨੇ, ਉਹ ਪਹੁੰਚਦੇ ਨੇ। ਕੀ ਦੇਖਦੇ ਨੇ ਕਿ ਸੱਜਣ ਤੇ ਆਪ ਉਹਦੇ ਚਰਨਾਂ ਤੇ ਜਾ ਕੇ ਪਿਆ ਹੈ ਤੇ ਆਪ ਹੁਣ ਜਿਹੜੇ ਆਏ ਸਨ ਕਿ ਅਸੀਂ ਲੁੱਟਣਾ ਹੈ ਸੱਜਣ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ, ਉਹ ਵੀ ਆਪ ਕੰਧਾਂ ਦੇ ਨਾਲ ਲੱਗ ਕੇ ਖਲੋ ਗਏ ਨੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਮਿਹਰ ਦੀ ਨਜ਼ਰ ਨਾਲ ਤੱਕਿਆ ਤੇ ਆਖਿਆ, ਸਾਈਂ ਤੂੰ ਭੁੱਲਿਓ, ਇਹ ਜੋ ਰੱਸੇ ਦੂਸਰਿਆਂ ਵਾਸਤੇ ਵੱਡੇ ਆ ਨਾ, ਇਹ ਤੁਸੀਂ ਜਾਣ ਲਓ ਕਿ ਤੁਸੀਂ ਆਪਣੇ ਲਈ ਵੱਡੇ ਹਨ। ਆ ਜਿਹੜੇ ਹੱਥਾਂ ਵਿੱਚ ਛੁਰੇ ਫੜੇ ਨੇ, ਜਿਹੜੇ ਤੁਸੀਂ ਲੋਕਾਂ ਲਈ ਤਿੱਖੇ ਕੀਤੇ ਨੇ ਨਾ, ਇਹ ਤੁਸੀਂ ਜਾਣ ਲਓ ਕਿ ਆਪਣੇ ਗਲੇ ਕੱਟਣ ਵਾਸਤੇ ਕੀਤੇ ਨੇ। ਜਿਹੜੇ ਤੁਸੀਂ ਜ਼ਹਿਰ ਦੇ ਪਿਆਲੇ ਹੋਰਾਂ ਲਈ ਲੈ ਕੇ ਆਏ ਜੇ ਨਾ, ਸਮਝ ਲਓ ਕਿ ਤੁਸੀਂ ਆਪ ਪੀਣੇ ਨੇ। ਇਹ ਹੁਣ ਸਮਝੋ ਕਿ ਇਹਨਾਂ ਕਰਮਾਂ ਦੇ ਨਾਲ ਜਿਹੜਾ ਤੁਹਾਡਾ ਆਪਾ ਹੈ ਇਹ ਮੰਦਾ ਹੁੰਦਾ ਜਾ ਰਿਹਾ। ਤੁਸੀਂ ਮੰਦਾ ਚਿਤਵਦੇ ਜੇ ਤੇ ਮੰਦਾ ਹੀ ਤੁਹਾਡੇ ਅੰਦਰ ਪੈਦਾ ਹੁੰਦਾ ਜਾ ਰਿਹਾ। ਤੁਹਾਡਾ ਆਪਣਾ ਹੀ ਆਪਾ ਹੀ ਬੁਰਾ ਬਣਦਾ ਜਾ ਰਿਹਾ ਹੈ। ਜਿਹੜੀਆਂ ਆਪਣੀਆਂ ਕੀਤੀਆਂ ਹੋਈਆਂ ਨੇ ਉਹਨਾਂ ਦੇ ਨਾਲ ਹੀ ਆਪਣੇ ਤੇ ਹੀ ਉਹ ਉਲਟ ਕੇ ਪੈਂਦੀਆਂ ਹਨ। ਤੇ ਗੁਰੂ ਨਾਨਕ ਸਾਹਿਬ ਜੀ ਆਖ ਰਹੇ ਨੇ, ਇਹ ਭਲਿਓ ਪੁਰਸ਼ੋ ਡਰੋ ਉਸ ਦਰਗਾਹ ਤੋਂ ਜੋ ਆਪਣੀਆਂ ਕੀਤੀਆਂ ਜ਼ਰੂਰ ਇੱਕ ਦਿਨ ਮੋੜ ਕੇ ਆਪਣੇ ਗਲੇ ਵਿੱਚ ਪਾ ਦਿੰਦੀ ਹੈ। ਸੱਜਣ ਨੇ ਛੇਤੀ ਨਾਲ ਛੇਤੀ ਦੇ ਨਾਲ ਸੱਜਣ ਇੱਕਦਮ ਤਰਬਕ ਕੇ ਉੱਠਿਆ ਤੇ ਮਨ ਵਿੱਚ ਸੋਚਿਆ ਕਿ ਕਿਤੇ ਮੇਰੇ ਜਿਹੜੇ ਦੂਤ ਨੇ, ਮੇਰੇ ਜਿਹੜੇ ਨੌਕਰ ਨੇ, ਕਿਤੇ ਕੁਝ ਕਰਨਾ ਬੈਠਣ। ਉਹਨਾਂ ਵੱਲ ਤੱਕ ਕੇ ਬੋਲਿਆ, ਆਓ ਚਰਨ ਪਕੜੋ, ਮੈਂ ਤੇ ਸਹੀ ਹੋ ਗਿਆ ਆਇਆ। ਇਹ ਉਹ ਹੈ ਜੋ ਧਰਤੀ ਦੇ ਤਖਤੇ ਤੇ ਮੈਨੂੰ ਨਹੀਂ, ਸਾਰਿਆਂ ਨੂੰ ਜਿਹੜਾ ਵਾ ਉਹਦੇ ਚਰਨੀ ਲਾ ਸਕਦੇ ਨੇ। ਆਓ ਇਹਨਾਂ ਦੇ ਚਰਨ ਪਕੜ ਲਓ। ਇਹ ਸੁਣ ਕੇ ਉਹ ਸਾਰੇ ਝਿਜਕਦੇ, ਪਰ ਅੱਖਾਂ ਬੰਦ ਕਰਕੇ ਸਾਰੇ ਅੱਗੇ ਵਧੇ ਤੇ ਚਰਨੀ ਢਹਿ ਪਏ। ਜੋ ਜੋ ਚਰਨਾਂ ਨੂੰ ਆਣ ਕੇ ਛੂੰਹਦਾ ਹੈ, ਪਾਪਾਂ ਦੀ ਮੈਲ ਜਿਹੜੀ ਹੈ ਉਹ ਦੌੜ ਜਾਂਦੀ ਹੈ, ਹੌਲੀ ਹੌਲੀ ਲੱਥ ਜਾਂਦੀ ਹੈ। ਤੇ ਹੌਲੀ ਹੌਲੀ ਜਿਹੜੀ ਸੋਝੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਦੀ, ਉਹ ਸੋਝੀ ਆ ਕੇ ਤੇ ਆਪਣੇ ਕੀਤੇ ਹੋਏ ਮਾੜੇ ਕੰਮ ਉਹਨਾਂ ਦੇ ਸਾਹਮਣੇ ਆਉਂਦੇ ਹਨ ਤੇ ਉਹਨਾਂ ਨੂੰ ਉਹ ਸਾਰੇ ਬਖਸ਼ਾਏ ਜਾਂਦੇ ਹਨ। ਜਦ ਸਾਰੇ ਮੱਥਾ ਟੇਕ ਚੁੱਕੇ ਹਨ ਤਾਂ ਸੱਜਣ ਨੇ ਨੈਣ ਭਰ ਕੇ ਕਿਹਾ, ਛੇਮੀ ਨਹੀਂ ਆਈ, ਭਾਵ ਘਰ ਵਾਲੀ। ਉਹਨਾਂ ਦਾ ਇੱਕ ਦਾਸ ਬੋਲਦਾ ਹੈ, ਪਤਾ ਨਹੀਂ ਜੀ ਕਿੱਥੇ ਹੈ। ਸੱਜਣ ਨੇ ਕਿਹਾ, ਜਾਓ ਲਿਆਓ। ਜਾਂ ਦਾਸ ਗਏ ਤਾਂ ਉਹ ਆਪਣੀ ਕੋਠੜੀ ਵਿੱਚ ਆਪਣੇ
ਜਦੋਂ ਦਾਸ ਕੋਠੜੀ ਵਿੱਚ ਗਏ ਨਾ, ਉਹਨੇ ਕੀ ਵੇਖਿਆ ਕਿ ਇੱਕ ਆਪਣੀ ਪੋਸ਼ਾਕ ਨੂੰ ਲੈ ਕੇ ਉਹਨੂੰ ਵੱਟ ਚਾੜ ਕੇ ਉਹਦਾ ਰੱਸਾ ਬਣਾਇਆ ਤੇ ਉਹਨੂੰ ਛੱਤ ਦੇ ਨਾਲ ਬੰਨ੍ਹ ਕੇ, ਜਿਸ ਤਰ੍ਹਾਂ ਫਾਹਾ ਲਈਦਾ ਨਾ, ਉਹ ਫਾਹੇ ਦੇ ਰੂਪ ਵਿੱਚ ਉਹਨੂੰ ਲਟਕਾ ਲਿਆ। ਭਾਵ ਆਪੇ ਮਰਨ ਦਾ ਜਿਹੜਾ ਸੀ ਉਹ ਸਮਾਨ ਸਾਰਾ ਤਿਆਰ ਕਰ ਲਿਆ। ਤਰਬਕ ਕੇ ਦਾਸ ਨੇ ਕਿਹਾ, ਮਾਈ ਇਹ ਕੀ? ਜੇ ਖੇਮੀ ਉੱਤਰ ਦਿੰਦੀ ਹੈ, ਨਿਰਾਸਤਾ ਦੀ ਹੱਦ ਪਾਪੀਆਂ ਨੂੰ ਕਿਸੇ ਥਾਂ ਲੈ ਜਾਇਆ ਕਰਦੀ ਹੈ। ਜਾਂ ਮੈਨੂੰ ਮੁਕਾਉਣ ਦੇ ਇਹ ਪਾਪੀ ਆਪਾ, ਭਾਵ ਆਪਾ ਆਪ ਮੈਨੂੰ ਖਤਮ ਕਰਨ ਦੇ। ਫਿਰ ਅੱਗੋਂ ਦਾਸ ਕਹਿੰਦਾ ਕਿਉਂ? ਤੇ ਖੇਮੀ ਗੁੱਸੇ ਨਾਲ ਕਹਿੰਦੀ ਕਿਉਂ ਕਾਹਦੀ? ਉਮਰਾਂ ਗਾਲੀ ਪਾਪ ਕਮਾਏ, ਪਾਪੀਆਂ ਨਾਲ ਰਲ ਕੇ ਸਾਰੇ ਪਾਪਾਂ ਵਿੱਚ ਹਿੱਸੇ ਲਿੱਤੇ, ਅੰਤ ਪਾਪੀਆਂ ਵਿੱਚ ਰਲਣ ਦਾ ਇਹ ਫਲ ਨਿਕਲਿਆ ਕਿ ਮੈਂ ਵਿਸਾਹ ਘਾਤਣਾ, ਭਾਵ ਮੈਂ ਆਪਣੇ ਆਪ ਨੂੰ ਹੁਣ ਮਾਰਨ ਲੱਗੀ ਹਾਂ। ਤੇ ਆਖਦੀ ਹਾਏ ਮੇਰੀ ਕਿਸੇ ਕਰਨੀ ਨੇ ਮੇਰੇ ਲਈ ਇਤਬਾਰ ਨਾ ਪੈਦਾ ਕੀਤਾ। ਵਿਸਾਹ ਘਾਤੀਆਂ ਵਿੱਚ ਵਿਸਾਹ ਕਦੇ ਨਹੀਂ ਬਣਦਾ। ਮੈਂ ਹੁਣ ਕਾਸ ਲਈ ਜੀਵਾਂ, ਕਿਉਂ ਜੀਵਾਂ? ਭਾਵ ਭਰੋ ਗਈ, ਘਾਟੋਂ ਗਈ, ਦਿਨੋਂ ਗਈ, ਧਰਮੋਂ ਗਈ, ਨਾ ਇਹ ਜਗ ਰਿਹਾ ਨਾ ਅਗਲਾ, ਪਾਪੀਆਂ ਵਿੱਚ ਵੀ ਰਹਿਣ ਜੋਗੀ ਨਾ ਰਹੀ। ਵਿਸਾਹ ਘਾਤੀ ਵੀ ਮੈਨੂੰ ਵਿਸਾਹ ਘਾਤਣ ਆਖਦੇ ਹਨ, ਦੁਸ਼ਟਾਂ ਵਿੱਚ ਵੀ ਮੇਰੀ ਥਾਂ ਨਹੀਂ, ਪਾਪੀ ਵੀ ਮੈਨੂੰ ਪਾਪੀ ਜਾਣਦੇ ਹਨ। ਮੇਰੇ ਲਈ ਥਾਂ ਹੁਣ ਇੱਕੋ ਮੌਤ ਦੀ ਗੋਦ ਵਿੱਚ ਹੈ। ਜਾ ਦੂਰ ਹੋ, ਮੈਨੂੰ ਮੇਰੀ ਮਾਂ ਦੇ ਕੁਛੜ ਚਰਨ ਦੇ। ਉੱਪਰ ਤੱਕ ਕੇ ਆਖਦੀ ਏ, ਮਾਂ ਮੇਰੀ ਮਾਂ, ਇਹ ਮੌਤ ਤੂੰ ਹੈ, ਆ ਅਰ ਲਾ ਮੈਨੂੰ ਨਾਲ ਲੈ ਚੱਲ, ਮੈਨੂੰ ਆਪਣੇ ਕੁਛੜ ਚੁੱਕ ਲੈ। ਦਾਸ ਨੇ ਭੱਜ ਕੇ ਖੇਮੀ ਨੂੰ ਪਕੜ ਲਿਆ ਤੇ ਧੂ ਕੇ ਬਾਹਰ ਲੈ ਆਇਆ ਤੇ ਕੁਰਲਾਉਂਦੀ ਨੂੰ ਘਸੀਟ ਕੇ ਸੱਚੀ ਦਰਗਾਹ ਵਿੱਚ ਲੈ ਗਿਆ ਤੇ ਵਿਖਿਆ ਆ ਦਸੀ। ਸਤਿਗੁਰੂ ਅੱਗੋਂ ਆਖਦੇ ਨੇ, ਆ ਖੇਮੀਏ, ਜੇ ਤੂੰ ਦਰਦ ਕੀਤਾ ਹੈ ਤਾਂ ਸਾਈਂ ਤੇਰਾ ਦਰਦ ਕੀਤਾ ਹੈ, ਜੇ ਨਹੀਂ ਕੀਤਾ ਤਾਂ ਵੀ ਉਹ ਦਰਦਾਂ ਦਾ ਸਾਈਂ ਦਰਦ ਕਰਦਾ ਹੈ। ਆ ਦਰਦਾਂ ਵਾਲੇ ਸਾਈਂ ਦੇ ਦਰੋਂ ਤੈਨੂੰ ਫਜ਼ਲ ਲੈ ਦਈਏ, ਭਾਵ ਮਾਫੀ ਲੈ ਦਈਏ। ਅੱਗੋਂ ਖੇਮੀ ਖੜਕੋਰੇ ਲੈ ਕੇ ਰੋਂਦੀ ਹੋਈ ਆਖਦੀ ਹੈ, ਦਰਦਾਂ ਵਾਲਿਆ, ਨੈਣਾ ਵਾਲਿਆ, ਕਰਮਾਂ ਵਾਲਿਆ, ਕਰਮ ਕਰ ਤੇ ਫਿਰ ਉੱਚੀ ਸਾਰੀ ਭੁੱਬ ਮਾਰ ਕੇ ਇਸ ਨਿਖੁੱਟੀ ਦੇ ਕਰਮਾਂ ਨੂੰ ਨਿਖੁੱਟਣ ਦੇ। ਮੈਂ ਜਿਉਣ ਤੋਂ ਨਿਰਾਸ਼ ਹਾਂ। ਤੇ ਗੁਰੂ ਜੀ ਆਖਦੇ ਨੇ, ਸਿਰ ਤੇ ਹੱਥ ਧਰ ਕੇ, ਸਾਵਧਾਨ ਹੋ, ਸਾਈਂ ਦੇ ਦਰ ਮਨ ਆਪਣੇ ਪਾਪ, ਮੰਗ ਖਿਮਾ, ਖਿਮਾ ਹੋ ਜਾਏ ਤੇਰੇ ਵੀ। ਅੱਗੋਂ ਖੇਮੀ ਆਖਦੀ ਏ, ਅੱਖਾਂ ਵਿੱਚ ਨਿਰਾਸਤਾ ਏ ਤੇ ਉਸ ਨਿਰਾਸਤਾ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਨੈਣਾ ਵੱਲ ਤੱਕ ਕੇ ਆਖਦੀ ਹੈ, ਨੈਣਾ ਵਾਲਿਆ, ਕਿਸ ਅਪਰਾਧਨ ਦੇ ਸਿਰ ਹੱਥ ਧਰਿਆ ਈ, ਹੱਥ ਪਰੇ ਕਰ, ਮਤਾ ਤੇਰੇ ਕੂਲੇ ਹੱਥਾਂ ਨੂੰ ਛਾਲੇ ਨਾ ਪੈ ਜਾਣ। ਇਸ ਸੜਦੇ ਸਿਰ ਦੀ ਛੂਹ ਨਾਲ ਤੇਰੇ ਕੂਲੇ ਕੂਲੇ ਮਲੂਕ ਹੱਥਾਂ ਨੂੰ। ਗੁਰੂ ਜੀ ਆਖਦੇ ਨੇ, ਠਰ ਜਾਏਗਾ ਤੇਰੀ ਨਿਰਾਸਤਾ ਨਾਲ ਸਰ ਉੱਠਿਆ ਇਹ ਸਿਰ। ਇਸ ਛੂਹ ਨਾਲ, ਜਿਹੜੀ ਛੂਹ ਮੈਂ ਤੈਨੂੰ ਦਿੱਤੀ ਹੈ, ਇਸ ਛੂਹ ਦੇ ਨਾਲ ਇਹ ਤੇਰਾ ਸੜਿਆ ਹੋਇਆ ਸਿਰ ਠਰ ਜਾਏਗਾ। ਜਾਗ, ਤੇਰੇ ਪਾਪ ਬਖਸ਼ੇ, ਤੇਰੇ ਕਰਮ ਸਾੜੇ, ਤੇਰੇ ਕੀਤੇ ਅਣਕੀਤੇ ਕਰਮ ਕਰ ਦਿੱਤੇ। ਅੱਗੋਂ ਆਖਿਆ ਫਜ਼ਲ, ਭਾਵ ਮਾਫ। ਇਹ ਮਾਫ ਫਜ਼ਲ ਸ਼ਬਦ ਦਾ ਅਰਥ ਭਾਵ ਹੈ ਮਾਫੀ। ਮਾਫ ਭਾਵ ਫਜ਼ਲ ਸੁਣਦੀ ਮਾਈ ਦੇ ਕੜਕ ਕਰਕੇ ਹੋਈ ਸਰੀਰ ਵਿੱਚ ਮੂਰਛਾ ਹੋ ਡਿੱਗੀ। ਅੱਖਾਂ ਤਾਰੇ ਲੱਗੀਆਂ ਤੇ ਲੰਮੇ ਸਾਹਾਂ ਵਿੱਚ ਖੁੱਸੀ। ਨੈਣਾ ਵਾਲੇ ਨੈਣ ਤੱਕਦੇ ਰਹੇ ਨੀਝ ਬੰਨ ਕੇ ਖੇਮੀ ਵੱਲ। ਹੁਣ ਕੁੱਸਣ ਹਟ ਗਈ, ਅਡੋਲ ਹੋ ਗਈ, ਨੈਣ ਮਿਟ ਗਏ, ਸਵਾਸ ਰੁੱਖ ਸਿਰੋਂ ਟੁਰੇ, ਧੀਮੇ ਹੋ ਗਈ। ਦਾਤੇ ਨੇ ਕੁਝ ਚਿਰ ਮਗਰੋਂ ਫਿਰ ਸਿਰ ਤੇ ਹੱਥ ਧਰਿਆ ਤੇ ਕਿਹਾ,
ਉੱਠੀ ਠੰਡੀ ਠਾਰ ਪਰ ਕਮਜ਼ੋਰ, ਸੁਖੀ ਪਰ ਨਿਰਮਲ। ਗੁਰੂ ਜੀ ਕਹਿੰਦੇ ਨੇ ਖਿਮਾ ਹੋ ਗਈ ਤੇਰੇ ਤੇ ਸੱਜਣ ਤੇ ਸਾਰੇ ਤੇਰੇ ਘਰ ਤੇ। ਹੁਣ ਅੱਗੋਂ ਜੋ ਮਾਈ ਹੈ, ਮਾਈ ਖੇਮੀ ਹੁਣ ਅੱਗੇ ਕੀ ਆਖਦੀ ਹੈ, ਅਸੀਂ ਕੱਲ ਦੀ ਕਲਾਸ ਵਿੱਚ ਵਿਚਾਰ ਕਰਾਂਗੇ, ਕਿਉਂਕਿ ਬੜਾ ਆਨੰਦ ਆਉਂਦਾ ਇਸ ਸਾਖੀ ਦਾ। ਜੀ ਨਹੀਂ ਕਰਦਾ ਛੱਡਣ ਨੂੰ, ਪਰ ਸਮੇਂ ਦੀ ਸਮਾਪਤੀ ਹੋ ਜਾਂਦੀ ਹੈ। ਜ਼ਿਆਦਾ ਮੇਰੀ ਕਲਾਸ ਵੀ ਜਿਹੜੀ ਹੈ ਫਿਰ YouTube ਉੱਤੇ ਚੜਾਉਣੀ ਹੁੰਦੀ ਹੈ, ਇਸ ਕਰਕੇ ਸੋ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਨੂੰ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਬੈਠੀ ਹੋਈ ਖੇਮੀ ਤੇ ਉਹਦੇ ਨਾਲ ਬੈਠਾ ਹੋਇਆ ਸੱਜਣ, ਉਹਦੇ ਨਾਲ ਬੈਠੇ ਹੋਏ ਉਹਦੇ ਸਾਰੇ ਨੌਕਰ ਚਾਕਰ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਕਿਵੇਂ ਉਪਦੇਸ਼ ਲੈਂਦੇ ਹਨ, ਇਹ ਕੱਲ ਦੇ ਜੋ ਹੈ ਉਹਦੇ ਵਿਚਾਰ ਵਿੱਚ ਅਸੀਂ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ, ਸਤਿਗੁਰੂ ਰਹਿਮਤ ਕਰਨ। ਇਸੇ ਤਰ੍ਹਾਂ ਅਸੀਂ ਜੁੜ ਕੇ ਇਤਿਹਾਸ ਦੇ ਵਿੱਚ ਜੁੜੇ ਰਿਹਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।